सतनाम सतनाम श्री वाहे गुरु जी। गगन मामा बाजियो गगन मामा बाजियो परियो निशाने का खेत जमांडियो सूरमा अब जुझने को सूरा सो पहचानिए सूरा सो पहचानिए जो लरे दीन के हेत पुरजा पुरजा कट मरे पुरजा पुरजा कट मरे कब हो ना छाड़े खेत आनंद गुणी निधान गुरु गरीब निवाजियो गुरु गरीब निवाजियो बोलना जी सतनाम श्री वाहे गुरु जी। उन्ना ताई संसार सदा पूजदा जेड़ा देश दे धर्म लई है जूझदा उन्ना ताई संसार सदा पूजदा जेड़ा देश दे धर्म लई है जूझदा आप कट के कष्ट सेरे अपने कट के कष्ट सेरे अपने ते साडी चोरी सुख पागे ओना ताई प्रणाम जेड़े देश उतों अस जिंदड़ी लुटा गए ओना ताई प्रणाम जेड़े देश उतों हस जिंदड़ी लुटा गए। गुरा ताई सिख किमें जाने पुल जी जिन्हां दा खून गया दिल्ली विच डोल जी। नौवें गुरा ताई सिख किमें जाने पुल जी जिन्हां दा खून गया दिल्ली विच डोल जी। मती दास जे गुरां दे सिख सिद्ध की
दास जे गुरां दे सिख सिद्दकी जसी सियारे चलवागे उन्हां ताई प्रणाम जेड़े देश उत्तों हस जिंदड़ी लुटा गए उन्हां ताई प्रणाम जेड़े देश उत्तों हस जिंदड़ी लुटा गए जिन्ना दा ना जग विच होर कोई सानिए पंजवें गुरां ने कीती वड्डी कुर्बानी जिन्ना दा ना जग विच होर कोई सानिए पंजवें गुरां ने कीती वड्डी कुर्बानी लागे तत्तियां लोहां दे उत्ते आसण तत्तियां लोहां दे उत्ते आसण ते सीसरे तने पवा गए उन्हां ताई प्रणाम जेड़े देशी उत्तों हस जिंदड़ी लुटा गए उन्हां ताई प्रणाम जेड़े देशी उत्तों हस जिंदड़ी लुटा गए दसवें गुरां दे चोज जग तो नियारे ने जिन्हां हस देशी उत्तों चारे पुत्त वारे ने दसवें गुरां दे चोज जग तो नियारे ने जिन्हां हस देसी उत्तों चारे पुत्त वारे ने बड़े लड़े चमकौर छोटे हंस के लड़े चमकौर छोटे हंस के पनिया बिच चढ़वा गए उन्हां ताई प्रणाम जेड़े देश उत्तों हस जिंदड़ी लुटा गए उन्हां ताई प्रणाम जेड़े देश उत्तों हस जिंदड़ी लुटा गए सिख इतिहास सारा खून नाल रंगिया छोटे छोटे बच्चियां नूं नेजियां ते टंगिया सिख इतिहास सारा खून नाल रंगिया छोटे छोटे बच्चियां नूं नेजियां ते टंगिया कोई बंद कटवाए दस दस के बंद कटवाए दस दस के ते कई खोपर लहा गए उन्हां ताई प्रणाम जेड़े देश उत्तों हस जिंदड़ी लुटा गए उन्हां ताई प्रणाम जेड़े देश उत्तों हस जिंदड़ी लुटा गए बब्बर अकाली गए मैदान विच गज जी नाम तारी गदरी ते सिंह गढ़ गज जी
ਓ ਬੱਬਰ ਅਕਾਲੀ ਗਏ ਮੈਦਾਨ ਵਿੱਚ ਗੱਜ ਜੀ, ਨਾਮ ਤਾਰੀ ਗਦਰੀ ਤੇ ਸਿੰਘਗੜ ਗੱਜ ਜੀ। ਲਿਖੇ ਉਹਨਾਂ ਦੀਆਂ 12 ਹੱਥੀ ਪਾਰਸ, ਉਹਨਾਂ ਦੀਆਂ 12 ਹੱਥੀ ਪਾਰਸ ਜੋ ਸੰਗਤਾਂ ਦੇ ਵਿੱਚ ਗਾ ਗਏ। ਉਹਨਾਂ ਤਾਈ ਪ੍ਰਣਾਮ ਜਿਹੜੇ ਦੇਸ਼ੀ ਉੱਤੋਂ ਹੱਸ ਜਿੰਦੜੀ ਲੁਟਾ ਗਏ। ਉਹਨਾਂ ਤਾਈ ਪ੍ਰਣਾਮ ਜਿਹੜੇ ਦੇਸ਼ੀ ਉੱਤੋਂ ਹੱਸ ਜਿੰਦੜੀ ਲੁਟਾ ਗਏ। ਉਹਨਾਂ ਤਾਈ ਪ੍ਰਣਾਮ ਜਿਹੜੇ ਦੇਸ਼ੀ ਉੱਤੋਂ ਹੱਸ ਜਿੰਦੜੀ ਲੁਟਾ ਗਏ। ਇਹ ਮੌਤ ਨਹੀਂ, ਜ਼ਿੰਦਗੀ ਦਾ ਗੀਤ ਹੈ। ਧਰਮ ਖਾਤਰ ਮਰ ਜਾਣਾ ਸੂਰਮਿਆਂ ਦੀ ਰੀਤ ਹੈ। ਕੌਮਾਂ ਉਹੀ ਜਗ ਤੇ ਜਿਉਂਦੀਆਂ ਨੇ ਜਿਨ੍ਹਾਂ ਕੌਮਾਂ ਨੂੰ ਮਰਨ ਦਾ ਚੱਲ ਪੈ ਜਾਏ। ਪੈਂਦਾ ਮੁੱਲ ਅੰਤ ਨੂੰ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾਏ। ਦੀਨ ਤੇ ਦੁਨੀ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਸੱਜ ਬੈਠੇ ਹੋ। ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜ ਬੈਠੇ ਗੁਰਮੁਖ ਪਿਆਰਿਓ, ਢਾਡੀ ਜਥਾ ਗੁਰੂ ਕੀ ਸੰਗਤ ਦੇ ਚਰਨ ਪਰਸਣ ਵਾਸਤੇ, ਆਪਣੇ ਵੱਡ ਵਡੇਰਿਆਂ ਦੇ ਇਤਿਹਾਸ ਨੂੰ ਕਹਿਣ ਵਾਸਤੇ ਹਾਜ਼ਰ ਹੋਇਆ ਏ। ਇਤਿਹਾਸ ਨੂੰ ਕਹਿਣ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਪਾ ਲਈਏ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਜਿੱਥੇ ਅਸੀਂ ਸਰੀਰ ਕਰਕੇ ਬੈਠੇ ਹੋਏ ਹਾਂ ਉੱਥੇ ਮਨ ਦੀ ਇਕਾਗਰਤਾ ਵੀ ਬਣੀ ਰਹੇ। ਵਾਹਿਗੁਰੂ ਦਾ ਸਿਮਰਨ ਹੋ ਜਾਵੇ ਸਾਡੀ ਰਸਨਾ ਤੋਂ। ਸਮੁੱਚੀਆਂ ਸੰਗਤਾਂ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਅੱਜ ਉਹ ਦਿਨ ਹੈ ਜਿਸ ਦਿਨ ਦਾ ਸਾਡੇ ਲਈ ਬੜਾ ਮਹੱਤਵ ਹੈ। ਪਰ ਜਿਹੜੇ ਸਿੱਖੀ ਦੇ ਖਿਲਾਫ ਚਾਲਾਂ ਚੱਲਣ ਵਾਲੇ ਨੇ, ਜਿਹੜੇ ਸੱਚ ਦਾ ਗਲਾ ਘੁੱਟਣ ਵਾਲੇ ਨੇ, ਉਹ ਕੀ ਕਹਿੰਦੇ ਨੇ? ਇਸ ਦਿਨ ਨੂੰ ਭੁੱਲ ਜਾਓ। 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਕੁਝ ਤੁਹਾਡੇ ਨਾਲ ਵਾਪਰਿਆ ਏ, ਉਸ ਨੂੰ ਆਪਣੇ ਦਿਲਾਂ ਤੋਂ ਭੁਲਾ ਦਿਓ। ਇਹ ਕਿਵੇਂ ਹੋ ਸਕਦਾ ਹੈ? ਸਿੱਖ ਕੌਮ ਦੇ ਕੋਲ 3 ਚੀਜ਼ਾਂ ਬੜੀਆਂ ਮਹਾਨ ਨੇ, ਤੇ ਜਦੋਂ ਇਹਨਾਂ ਤਿੰਨਾਂ ਤੇ ਕੋਈ ਪਾਪੀ ਵਾਰ ਕਰਦਾ ਏ, ਫਿਰ ਸਿੱਖ ਮਰ ਮਿਟਦਾ ਏ। ਫਿਰ ਇਸ ਨੂੰ ਆਪਣੀ ਜ਼ਿੰਦਗੀ ਪਿਆਰੀ ਨਹੀਂ, ਫਿਰ ਇਸ ਨੂੰ ਆਪਣਾ ਸਿਧਾਂਤ ਪਿਆਰਾ ਏ। ਸਿੱਖ ਕੌਮ ਦਾ ਅਹਿਲੇ ਮਕਾਮ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ, ਜਿਸ ਨੂੰ ਸਤਿਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ, ਉਸ ਪਾਵਨ ਧਰਤੀ ਦੇ ਵੱਲ ਕੋਈ ਗਹਿਰੀ ਨਜ਼ਰ ਕਰੇ, ਸਿੱਖ ਜਰਦਾ ਨਹੀਂ। ਸਿੱਖ ਦੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਜੇਕਰ ਕਿਸੇ ਨੇ ਆਖਿਆ ਇਸ ਦੇ ਵਿੱਚ ਕੁਝ ਹੋਰ ਲਿਖਿਆ ਜਾਵੇ, ਤੇ ਤਨ ਪੰਚਮ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹ ਲਗੇ, ਹਜ਼ੂਰ ਕਹਿੰਦੇ ਨੇ ਮੈਨੂੰ ਮੌਤ ਪ੍ਰਵਾਨ ਹੈ, ਮੈਂ ਇਹ ਤੁਰਕੀ ਬਾਣੀ, ਨਿਰੰਕਾਰੀ ਬਾਣੀ, ਇਲਾਕੀ ਬਾਣੀ, ਇਸ ਦੇ ਵਿੱਚ ਇੱਕ ਅੱਖਰ ਵੀ ਦਰਜ ਨਹੀਂ ਕਰ ਸਕਦਾ। ਅਹਿਲੇ ਪੰਥ ਖਾਲਸਾ ਜੀ ਦੇ ਵੱਲ ਜੇਕਰ ਕਿਸੇ ਨੇ ਕੌੜੀਆਂ ਨਜ਼ਰਾਂ ਕੀਤੀਆਂ, ਸਿੱਖ ਨੇ ਪਹਿਲਾਂ ਵਾਰ ਕੀਤਾ ਨਹੀਂ ਤੇ ਫਿਰ ਉਧਾਰ ਰੱਖਿਆ ਨਹੀਂ। ਗੁਰੂ ਸਵਾਰਿਓ, ਅੱਜ ਸਿੱਖ ਧੰਨ ਪੰਚਮ ਪਾਤਸ਼ਾਹ ਜੀ ਦੇ ਜਿਹੜੇ ਇਹ ਸ਼ਹੀਦੀ ਦੇ ਦਿਨ ਨੇ, ਇਹ 1984 ਦੇ ਘੱਲੂਘਾਰੇ ਦੇ ਜਿਹੜੇ ਦਿਨ ਨੇ, ਇਹਨਾਂ ਦਿਨਾਂ ਦੇ ਵਿੱਚ ਅਸੀਂ ਠੰਡੇ ਮਿੱਠੇ ਜਲ ਦੀ ਛਬੀਲ ਲਾਉਂਦੇ ਹਾਂ। ਸਵਾਲ ਕਈ ਵਾਰੀ ਹੁੰਦਾ ਏ, ਇਹ ਦਿਨ ਤੁਹਾਡੇ ਲਈ ਬੜੇ ਘਾਤਕ ਸਿੱਧ ਹੋਏ ਨੇ, ਇਹ ਦਿਨ ਤੇ ਤੁਹਾਡੇ ਤੇ ਬੜਾ ਤਸ਼ੱਦਦ ਹੋਇਆ ਤੇ ਤੁਸੀਂ ਛਬੀਲਾਂ ਲਾਉਂਦੇ ਹੋ। ਮੈਂ ਛੋਟੀ ਜਿਹੀ ਗੱਲ ਕਹਿ ਜਾਵਾਂ, ਸਿੱਖ ਅਮਨ ਦਾ ਪੁਜਾਰੀ ਹੈ। ਸਿੱਖ
ਅੰਦਰੋਂ ਬੜਾ ਮਿੱਠਾ ਏ। ਸਿੱਖ ਹਮੇਸ਼ਾ ਠੰਡੇ ਰਹਿਣ ਦੇ ਵਿੱਚ ਆਪਣੀ ਇਹ ਸਮਝਦਾ ਏ ਕਿ ਠੰਡੇ ਰਹਿਣ ਦੇ ਵਿੱਚ ਹੀ ਮੇਰੇ ਲਈ ਚੰਗਾ ਏ। ਪਰ ਜੇਕਰ ਕੋਈ ਸਿੱਖ ਦੀ ਇਸ ਅਮਨ ਨੀਤੀ ਨੂੰ, ਸ਼ਾਂਤੀ ਨੀਤੀ ਨੂੰ, ਸ਼ਾਂਤੀ ਨੂੰ ਭੰਗ ਕਰਦਾ ਏ ਤੇ ਫਿਰ ਸਿੱਖ ਜਰ ਨਹੀਂ ਸਕਦਾ। ਗੁਰੂ ਸਵਾਰਿਓ, ਅੱਜ ਦੇ ਦਿਨ ਜੋ ਸਾਡੇ ਨਾਲ ਵਾਪਰਿਆ ਨਾ ਉਹ ਭੁਲਾਉਣ ਯੋਗ ਹੈ ਤੇ ਨਾ ਉਹ ਬਖਸ਼ਣ ਯੋਗ ਹੈ। ਮੈਂ ਸੰਖੇਪ ਰੂਪ ਦੇ ਵਿੱਚ ਆਪਣੀ ਗੱਲ ਨੂੰ ਕਹਿਣ ਦਾ ਯਤਨ ਕਰਾਂਗੀ। 1978 ਤੋਂ ਲੈ ਕੇ 1995-96 ਤੱਕ ਦੇ ਇਤਿਹਾਸ ਨੂੰ ਜਦੋਂ ਪੜ੍ਹਦੇ ਹਾਂ, ਇੱਕ ਇਹੋ ਜਿਹੀ ਜ਼ੁਲਮ ਦੀ ਹਨੇਰੀ ਚੱਲੀ, ਜਿਸ ਜ਼ੁਲਮ ਦੀ ਭੱਠੀ ਦੇ ਵਿੱਚ, ਇਸ ਜ਼ੁਲਮ ਦੀ ਹਨੇਰੀ ਦੇ ਵਿੱਚ ਸਿੱਖ ਨੇ ਆਪਾ ਡਾਇਆ। ਇਸ ਭੱਠੀ ਦੇ ਵਿੱਚ ਸਿੱਖ ਨੇ ਆਪਣੇ ਆਪ ਨੂੰ ਬਾਲਿਆ। ਤੇ ਯਾਦ ਰੱਖਣਾ, ਜਿਹੜੀਆਂ ਸਰਕਾਰਾਂ ਕਿਸੇ ਕੌਮ ਦੇ ਖਿਲਾਫ ਕੋਈ ਕਾਰੇ ਕਰਦੀਆਂ ਨੇ, ਉਹ ਸਰਕਾਰਾਂ ਚੱਲ ਪੁਣੇ ਦੇ ਵਿੱਚ ਨਹੀਂ ਕਰਦੀਆਂ। ਉਹ ਸਰਕਾਰਾਂ ਦੀ ਬੜੀ ਸੋਚੀ ਸਮਝੀ ਹੋਈ ਸਕੀਮ ਹੁੰਦੀ ਹੈ। ਆਪਾਂ ਸਾਰੇ ਪੜ੍ਹਦੇ ਹਾਂ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੈ। ਕੋਈ ਕਸੂਰ ਨਹੀਂ ਸਿੱਖਾਂ ਦਾ। ਉਹ ਪਾਵਨ ਸਥਾਨ ਹੈ ਜਿੱਥੋਂ ਇਹ ਆਵਾਜ਼ ਦਿੱਤੀ ਜਾਂਦੀ ਹੈ, ਏਕ ਪਿਤਾ ਏਕ ਸਕੇ ਹਮ ਬਾਰਕ। ਇੱਥੋਂ ਆਵਾਜ਼ ਦਿੱਤੀ ਜਾਂਦੀ ਹੈ, ਅਵਲ ਅੱਲਾ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਥੋਂ ਆਵਾਜ਼ ਦਿੱਤੀ ਜਾਂਦੀ ਹੈ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋ। ਤੇ ਪਰ ਗੁਰੂ ਸਵਾਰਿਓ, ਵੇਲੇ ਦੀਆਂ ਹਕੂਮਤਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਦੇ ਨਾਲ ਬੇਇਨਸਾਫੀ ਕੀਤੀ, ਸਿੱਖਾਂ ਦੇ ਨਾਲ ਬੇਇਨਸਾਫੀ ਕੀਤੀ। ਪਰ ਸਿੱਖ ਕਦੇ ਨੇਕੀ ਤੋਂ ਪਿਛਾਂਹ ਨਹੀਂ ਹਟਿਆ। ਸਿੱਖ ਕਦੇ ਪਰਉਪਕਾਰ ਤੋਂ ਪਿਛਾਂਹ ਨਹੀਂ ਹਟਿਆ। ਆ ਹੁਣੇ ਭਾਈ ਅੰਮ੍ਰਿਤਪਾਲ ਸਿੰਘ ਜੀ, ਭਾਈ ਇੰਦਰਜੀਤ ਸਿੰਘ ਜੀ ਖਾਲਸਾ ਆਪ ਜੀ ਨੂੰ ਸੰਬੋਧਨ ਹੋ ਕੇ ਗਏ ਨੇ। ਜਦੋਂ ਵੀ ਕਦੇ ਵਿਪਤਾ ਪਈ, ਜਦੋਂ ਵੀ ਕੋਈ ਮੁਸ਼ਕਲ ਪਈ, ਤੇ ਸਿੱਖ ਸੇਵਾ ਦੇ ਲਈ ਸਾਹਮਣੇ ਹੋਇਆ। ਸਿੱਖ ਨੇ ਵੱਧ ਚੜ ਕੇ ਸੇਵਾ ਕੀਤੀ। ਪਰ ਸਾਡੇ ਨਾਲ ਜੋ ਕੁਝ ਹੋਇਆ ਉਹ ਸਹਿਣਯੋਗ ਨਹੀਂ। ਸਿੱਖ ਕੌਮ ਦੇ ਨਾਲ ਜੋ ਕੁਝ ਹੋਇਆ ਉਹ ਸਹਿਣਯੋਗ ਨਹੀਂ। ਪਰ ਗੁਰੂ ਸਵਾਰਿਓ, ਜਦੋਂ ਤੀਜੇ ਘੱਲੂਘਾਰੇ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਪਹਿਲੇ ਦੋ ਘੱਲੂਘਾਰਿਆਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਅਸੀਂ ਉਹਨਾਂ ਘੱਲੂਘਾਰਿਆਂ ਦੇ ਵਿੱਚੋਂ ਕੀ ਹਾਸਲ ਕੀਤਾ ਤੇ ਇਸ ਘੱਲੂਘਾਰੇ ਦੇ ਵਿੱਚੋਂ ਕੀ ਹਾਸਲ ਕੀਤਾ। ਜਦੋਂ ਛੋਟੇ ਘੱਲੂਘਾਰੇ ਦੀ ਗੱਲ, ਕਾਨੂੰ ਆਉਣ ਦੇ ਸ਼ੰਭ ਦੀ ਗੱਲ ਤੁਰਦੀ ਹੈ, ਇਤਿਹਾਸ ਦੀ ਗੱਲ ਹੁੰਦੀ ਹੈ, ਤੇ ਉਸ ਘੱਲੂਘਾਰੇ ਦੇ ਵਿੱਚੋਂ ਸਿੱਖਾਂ ਦੀਆਂ ਸ਼ਹਾਦਤਾਂ ਦੇ ਵਿੱਚੋਂ ਜਸਪਤ ਰਾਏ ਨੂੰ ਸੋਧਾ ਲਾਇਆ, ਲਖਪਤ ਰਾਏ ਨੂੰ ਵਕਤ ਪਾਇਆ, ਯਾਹਿਆ ਖਾਨ ਨੂੰ ਵਕਤ ਪਾਇਆ, ਤੇ ਉਸ ਦੇ ਵਿੱਚੋਂ ਦਲ ਖਾਲਸਾ ਪੈਦਾ ਹੋਇਆ। ਜਿਸ ਦਲ ਖਾਲਸਾ ਦੇ ਆਗੂਆਂ ਨੇ ਇਹੋ ਜਿਹੀ ਸੁਚੱਜੀ ਅਗਵਾਈ ਕੀਤੀ, ਸਿੱਖ ਨੂੰ ਕੁਝ ਸੁੱਖ ਦਾ ਸਾਹ ਆਇਆ। ਜਦੋਂ 1762 ਈਸਵੀ ਦੇ ਵੱਡੇ ਘੱਲੂਘਾਰੇ ਦੇ ਇਤਿਹਾਸ ਦੀ ਗੱਲ ਹੁੰਦੀ ਹੈ, ਉਸ ਘੱਲੂਘਾਰੇ ਦੇ ਵਿੱਚੋਂ ਮਿਸਲਾਂ ਦਾ ਜਨਮ ਹੁੰਦਾ ਹੈ। 12 ਮਿਸਲਾਂ ਆਈਆਂ ਨੇ, ਤੇ ਉਹ ਜਿਹੜੀਆਂ ਮਿਸਲਾਂ ਨੇ, ਉਹਨਾਂ ਮਿਸਲਾਂ ਦੇ ਜਿਹੜੇ ਜਥੇਦਾਰ ਨੇ, ਜਦੋਂ ਵੀ ਕੌਮ ਤੇ ਕੋਈ ਵਕਤ ਪਿਆ, ਉਹਨਾਂ ਮਿਸਲਾਂ ਦੇ ਜਥੇਦਾਰਾਂ ਨੇ ਇੱਕ ਥਾਂ ਇਕੱਤਰ ਹੋ ਕੇ, ਇੱਕ ਥਾਂ ਇਕੱਠੇ ਹੋ ਕੇ ਕੌਮ ਦੀ ਅਗਵਾਈ ਕੀਤੀ ਤੇ ਸਿੱਖ ਕੌਮ ਦੀ ਝੋਲੀ ਦੇ ਵਿੱਚ ਜਿੱਤਾਂ ਪਈਆਂ। ਪਰ ਜਦੋਂ ਇਸ ਘੱਲੂਘਾਰੇ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਗੁਰੂ ਸਵਾਰਿਓ, ਕੀ ਹੋਇਆ? ਇੱਕ ਸੁਸਾਇਟੀ ਦੇ ਵਿੱਚੋਂ, ਇੱਕ ਸੰਸਥਾ ਦੇ ਵਿੱਚੋਂ ਕਈ ਸੰਸਥਾ ਨਿਕਲੀਆਂ।
ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਨਾ ਹੋਏ। ਉਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਕੁਰਬਾਨੀ ਨੂੰ, ਗਿਆਨੀ ਅਮਰੀਕ ਸਿੰਘ ਜੀ ਦੀ ਕੁਰਬਾਨੀ ਨੂੰ, ਸਰਦਾਰ ਸੁਬੇਗ ਸਿੰਘ ਜੀ ਦੀ ਕੁਰਬਾਨੀ ਨੂੰ ਭੁਲਾਈਏ ਨਾ। ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣੇ ਸਿੱਖੀ ਸਿਧਾਂਤ ਤੇ ਪਹਿਰੇਦਾਰ ਬਣੀਏ। ਜਿਹੜੇ ਧਰਮ ਦੇ ਲਈ, ਕੌਮ ਦੇ ਲਈ, ਸੱਚ ਦੇ ਲਈ, ਨੇਕੀ ਦੇ ਲਈ, ਹੱਕ ਦੇ ਲਈ, ਇਨਸਾਫ ਦੇ ਲਈ ਜੂਝਦੇ ਹੋਏ ਇਸ ਦੁਨੀਆ ਨੂੰ ਸਬਕ ਸਿਖਾਉਂਦੇ ਹੋਏ ਸ਼ਹੀਦੀ ਜਾਮ ਪੀ ਜਾਂਦੇ ਨੇ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ ਉਹ ਅਣਖ ਦਾ ਜੀਵਨ ਜਿਉਂਦੀਆਂ ਨੇ। ਜਿਹੜੀਆਂ ਭੁੱਲ ਜਾਂਦੀਆਂ ਨੇ ਯਾਦ ਰੱਖਣਾ ਫਿਰ ਉਹਨਾਂ ਦੀ ਖਵਾਰੀ ਹੋਇਆ ਕਰਦੀ ਆ। ਔਰ ਢਾਡੀ ਜਥਾ ਕਵਿਤਾ ਕਹਿਣ ਜਾ ਰਿਹਾ ਏ, ਜਿਹੜੇ ਮਰਦੇ ਕੌਮ ਦੇ ਲਈ ਉਹ ਤਾਂ ਮਰ ਕੇ ਵੀ ਨਹੀਂ ਮਰਦੇ। ਸੰਤ ਪਿੰਡਰਾਂ ਵਾਲਿਆਂ ਨੂੰ ਲੋਕੀ ਐਵੇਂ ਯਾਦ ਨਹੀਂ ਕਰਦੇ। ਜਿਹੜੇ ਮਰਦੇ ਕੌਮ ਲਈ ਉਹ ਤਾਂ ਮਰ ਕੇ ਵੀ ਨਹੀਂ ਮਰਦੇ। ਜਿਹੜੇ ਮਰਦੇ ਕੌਮ ਲਈ ਉਹ ਤਾਂ ਮਰ ਕੇ ਵੀ ਨਹੀਂ ਮਰਦੇ। ਸੰਤ ਪਿੰਡਰਾਂ ਵਾਲਿਆਂ ਨੂੰ ਲੋਕੀ ਐਵੇਂ ਯਾਦ ਨਹੀਂ ਕਰਦੇ। ਸੰਤ ਪਿੰਡਰਾਂ ਵਾਲਿਆਂ ਨੂੰ ਲੋਕੀ ਐਵੇਂ ਯਾਦ ਨਹੀਂ ਕਰਦੇ। ਸਿੱਖੀ ਦਾਤ ਗੋਬਿੰਦ ਸਿੰਘ ਦੀ ਲਈ ਸੀ ਸਿਰ ਵੱਟੇ ਸਰਦਾਰਾਂ। ਸਿੱਖੀ ਨੂੰ ਮੇਟਦੀਆਂ ਹੋਈਆਂ ਖਤਮ ਕਈ ਸਰਕਾਰਾਂ। ਸਿੱਖੀ ਦਾਤ ਗੋਬਿੰਦ ਸਿੰਘ ਦੀ ਲਈ ਸੀ ਸਿੱਖ ਵੱਟੇ ਸਰਦਾਰਾਂ। ਸਿੱਖੀ ਨੂੰ ਮੇਟਦੀਆਂ ਹੋਈਆਂ ਖਤਮ ਕਈ ਸਰਕਾਰਾਂ। ਕੰਮ ਗੈਰਤ ਵਾਲੇ ਜੋ ਅਣਖੀ ਮਰਦਾ ਬਾਜ ਨਹੀਂ ਸਰਦੇ। ਸੰਤ ਪਿੰਡਰਾਂ ਵਾਲਿਆਂ ਨੂੰ ਲੋਕੀ ਐਵੇਂ ਯਾਦ ਨਹੀਂ ਕਰਦੇ। ਸੰਤ ਪਿੰਡਰਾਂ ਵਾਲਿਆਂ ਨੂੰ ਲੋਕੀ ਐਵੇਂ ਯਾਦ ਨਹੀਂ ਕਰਦੇ। ਸਿੱਖੀ ਦੇ ਬੂਟੇ ਨੂੰ ਛਾਂਗਦੇ ਤੁਰ ਗਏ ਮੁਗਲ ਇਸਲਾਮੀ। ਤੇਰੇ ਸੰਤ ਸਿਪਾਹੀਆਂ ਨੂੰ ਚੱਲਣੀ ਆਉਂਦੀ ਨਹੀਂ ਗੁਲਾਮੀ। ਸਿੱਖੀ ਦੇ ਬੂਟੇ ਨੂੰ ਛਾਂਗਦੇ ਤੁਰ ਗਏ ਮੁਗਲ ਇਸਲਾਮੀ। ਤੇਰੇ ਸੰਤ ਸਿਪਾਹੀਆਂ ਨੂੰ ਚੱਲਣੀ ਆਉਂਦੀ ਨਹੀਂ ਗੁਲਾਮੀ। ਸਿੱਖੀ ਦੇ ਬੂਟੇ ਨੂੰ ਛਾਂਗਦੇ ਤੁਰ ਗਏ ਮੁਗਲ ਇਸਲਾਮੀ। ਤੇਰੇ ਸੰਤ ਸਿਪਾਹੀਆਂ ਨੂੰ ਚੱਲਣੀ ਆਉਂਦੀ ਨਹੀਂ ਗੁਲਾਮੀ। ਸਿੱਖੀ ਦੇ ਬੂਟੇ ਨੂੰ ਛਾਂਗਦੇ ਤੁਰ ਗਏ ਮੁਗਲ ਇਸਲਾਮੀ। ਤੇਰੇ ਸੰਤ ਸਿਪਾਹੀਆਂ ਨੂੰ ਚੱਲਣੀ ਆਉਂਦੀ ਨਹੀਂ ਉਹ ਗੁਲਾਮੀ। ਜਿਹੜੇ ਮਰਦੇ ਕੌਮ ਲਈ ਉਹ ਤਾਂ ਮਰ ਕੇ ਵੀ ਨਹੀਂ ਮਰਦੇ। ਸੰਤ ਪਿੰਡਰਾਂ ਵਾਲਿਆਂ ਨੂੰ ਲੋਕ
ਲੋਕੀ ਐਵੇਂ ਯਾਦ ਨਹੀਂ ਕਰਦੇ ਸੰਤ ਪਿੰਡਰਾਂ ਵਾਲਿਆਂ ਨੂੰ ਲੋਕੀ ਐਵੇਂ ਯਾਦ ਨਹੀਂ ਕਰਦੇ हर हरि दा मंदिर है जिथे पढ़ी जाए गुरबाणी अज उस सरोवर दा रंगिया लाल लहू नाल पानी हर हरि दा मंदिर है जिथे पढ़ी जाए गुरबाणी अज उस सरोवर दा रंगिया लाल लहू नाल पानी हर हरि दा मंदिर है जिथे पढ़ी जाए गुरबाणी अज उस सरोवर दा रंगिया लाल लहू नाल पानी हर हरि दा मंदिर है जिथे पढ़ी जाए गुरबाणी अज उस सरोवर दा रंगिया लाल लहू नाल पानी हुण डर बेगानियां दा खेड गए होली खून दे करदे संत पिंडरां वालियां नूं लोकी एवें याद नहीं करदे संत पिंडरां वालियां नूं लोकी एवें याद नहीं करदे हुंदा दर्द है उसे नूं जिदे खंजर कालजे खुबे ए सच कहावत है बेड़ा भर के पाप दा डुबे हुंदा दर्द है उसे नूं हुंदा दर्द है उसे नूं जिदे दर्द कालजे खुबे है सच कहावत है बेड़ा भर के पाप दा डुबे हुंदा दर्द है उसे नूं जिदे खंजर कालजे खुबे ए सच कहावत है बेड़ा पर के पाप दा डुबे हुंदा दर्द है उसे नूं जिदे खंजर कालजे खुबे है सच कहावत है बेड़ा भर के पाप दा डुबे गन बन शहीदी दे सूर में मौत लाड़ी नू वरदे संत पिंडरां वालियां नू लोकी एवें याद नहीं करदे संत पिंडरां वालियां नू लोकी एवें याद नहीं करदे संत पिंडरां वालियां नू लोकी एवें याद नहीं करदे ਸੰਤ ਪਿੰਡਰਾਂ ਵਾਲਿਆਂ ਨੂੰ ਲੋਕੀ ਐਵੇਂ ਯਾਦ ਨਹੀਂ ਕਰਦੇ ਜਦੋਂ ਕਿਸੇ ਕੌਮ ਦਾ ਆਗੂ ਸੂਝਵਾਨ ਹੋ ਜਾਵੇ ਫਿਰ ਵੇਲੇ ਦੀ ਸਰਕਾਰ ਨੂੰ ਵਕਤ ਪੈ ਜਾਇਆ ਕਰਦਾ ਹੈ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਧਰਮ ਯੁੱਧ ਮੋਰਚੇ ਦੇ ਵਿੱਚ ਸੰਗਤ ਇਕੱਤਰ ਹੋਈ
ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਆਏ, ਉਹਨਾਂ ਦੇ ਸੰਤ ਸਿਪਾਹੀ ਆਏ, ਰਾਜਨੀਤਿਕ ਲੀਡਰ ਵੀ ਆਏ। ਉਸ ਧਰਮ ਯੁੱਧ ਮੋਰਚੇ ਦੀ ਆਰੰਭਤਾ ਦੇ ਵਿੱਚ ਮੇਰੀ ਉਹ ਸਤਿਕਾਰਯੋਗ ਭੈਣੋ ਇੱਕ ਬੀਬੀ ਉੱਠੀ। ਉਸ ਬੀਬੀ ਨੇ ਸਪੀਚ ਦਿੱਤੀ, ਉਸ ਦਾ ਨਾਮ ਹੈ ਰਜਿੰਦਰ ਕੌਰ, ਸੰਤ ਸਿਪਾਹੀ ਮੈਗਜ਼ੀਨ ਦੀ ਸੰਪਾਦਕ। ਆਖਿਆ ਏ ਵੇਲੇ ਦੀ ਸਰਕਾਰ ਦੀ ਜਿਹੜੀ ਨੀਤੀ ਹੈ, ਉਸ ਨੀਤੀ ਨੂੰ ਜੇਕਰ ਅਸੀਂ ਪਹਿਚਾਣਦੇ ਹਾਂ ਤੇ ਫਿਰ ਕੁਰਬਾਨੀ ਦੇਣੀ ਜ਼ਰੂਰੀ ਹੈ। ਇਹ ਆਗੂਆਂ ਨੂੰ ਕੁਰਬਾਨੀ ਦੇਣੀ ਪਵੇਗੀ। ਜੇਕਰ ਆਗੂ ਕੁਰਬਾਨੀ ਨਹੀਂ ਦੇਣਗੇ ਤੇ ਕੌਮ ਦਾ ਬਹੁਤ ਨੁਕਸਾਨ ਹੋ ਜਾਵੇਗਾ। ਮਗਰੋਂ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਉੱਠਦੇ ਨੇ, ਉੱਠ ਕੇ ਕੀ ਕਹਿੰਦੇ ਨੇ, ਉਹਨਾਂ ਦੇ ਜਿਹੜੇ ਮੁਖਾਰ ਬਿੰਦ ਦੇ ਵਿੱਚੋਂ ਨਿਕਲੇ ਸ਼ਬਦ ਨੇ, ਉਹ ਭਾਵੇਂ ਸਹਿਜ ਸੁਭਾਅ ਬੋਲਦੇ ਨੇ ਪਰ ਬੜਾ ਦਮ ਸੀ। ਯਾਦ ਰੱਖਣਾ, ਸਾਡੇ ਮੂੰਹ ਦੇ ਵਿੱਚੋਂ ਜਿਹੜੇ ਸ਼ਬਦ ਨਿਕਲਦੇ ਨੇ ਉਹ ਸਾਡੀ ਪਹਿਚਾਣ ਨੇ। ਸਾਡੇ ਮੂੰਹ ਦੇ ਵਿੱਚੋਂ ਨਿਕਲਦੇ ਹੋਏ ਸ਼ਬਦ ਦੱਸਦੇ ਨੇ, ਸਾਡੀਆਂ ਅੱਖਾਂ ਦੱਸਦੀਆਂ ਨੇ, ਸਾਡੇ ਬੁੱਲ ਦੱਸਦੇ ਨੇ, ਸਾਡੇ ਚਿਹਰੇ ਦੇ ਹਾਵ ਭਾਵ ਦੱਸਦੇ ਨੇ ਅਸੀਂ ਕੀ ਕਹਿ ਰਹੇ ਹਾਂ, ਜੋ ਕੁਝ ਸੱਚ ਕਹਿ ਰਹੇ ਹਾਂ ਕਿ ਝੂਠ ਕਹਿ ਰਹੇ ਹਾਂ, ਜੋ ਕੁਝ ਕਹਿ ਰਹੇ ਹਾਂ। ਸੰਤ ਜਰਨੈਲ ਸਿੰਘ ਜੀ ਉੱਠੇ, ਕੀ ਕਹਿੰਦੇ ਨੇ, ਭੈਣਾ ਜੋ ਕੁਝ ਤੂੰ ਕਿਹਾ ਏ ਉਹ ਠੀਕ ਕਿਹਾ ਏ, ਪਰ ਜਦੋਂ ਕੁਰਬਾਨੀ ਦੀ ਗੱਲ ਆਵੇਗੀ, ਇਹ ਜਿੰਨੇ ਰਾਜਨੀਤਿਕ ਲੀਡਰ ਬੈਠੇ ਨੇ ਇਹਨਾਂ ਦੇ ਵਿੱਚੋਂ ਕੋਈ ਅਗਾਂਹ ਨਹੀਂ ਹੋਵੇਗਾ। ਮੈਂ ਇੱਕ ਸਾਧ ਹਾਂ, ਜਦੋਂ ਲੋੜ ਪਈ ਮੈਂ ਅਗਵਾਈ ਕਰਾਂਗਾ ਕੌਮ ਦੀ। ਜਿੱਥੇ ਮੇਰੇ ਸਿਪਾਹੀ ਸ਼ਹੀਦ ਹੋਣਗੇ ਉੱਥੇ ਮੈਂ ਵੀ ਸ਼ਹੀਦੀ ਜਾਮ ਪੀਵਾਂਗਾ। ਅੱਜ ਦੇ ਦਿਨ ਸੰਤ ਜਰਨੈਲ ਸਿੰਘ ਜੀ ਜਦੋਂ ਅਕਾਲ ਤਖਤ ਸਾਹਿਬ ਤੇ ਗੋਲਾ ਵੱਜਦਾ ਏ, ਧੰਨ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਅਰਦਾਸ ਕਰਦੇ ਨੇ, ਵੈਰੀ ਦਾ ਟਾਕਰਾ ਸਾਹਮਣੇ ਹੋ ਕੇ ਕਰਦੇ ਨੇ, ਸ਼ਹੀਦੀ ਜਾਮ ਪੀ ਜਾਂਦੇ ਨੇ। ਉਹਨਾਂ ਤੋਂ ਪਹਿਲਾਂ ਸਰਦਾਰ ਸਵੇਗ ਸਿੰਘ ਜੀ ਸ਼ਹੀਦ ਹੁੰਦੇ ਨੇ, ਭਾਈ ਅਮਰੀਕ ਸਿੰਘ ਜੀ ਸ਼ਹੀਦ ਹੁੰਦੇ ਨੇ। ਭਾਈ ਸਵੇਗ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਛੋਟੀ ਜਿਹੀ ਗੱਲ ਕਹਿ ਜਾਵਾਂ, ਸਮਾਂ ਬੜੀ ਤੇਜ਼ੀ ਦੇ ਨਾਲ ਜਾ ਰਿਹਾ ਹੈ। ਭਾਈ ਸੁੱਖਾ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ ਜਿਨ੍ਹਾਂ ਮੱਸੇ ਰੰਗੜ ਦਾ ਸਿਰ ਵੱਢਿਆ, ਉਹਨਾਂ ਦੇ ਕੁੱਲ ਦੇ ਵਿੱਚੋਂ ਨੇ, ਉਹਨਾਂ ਦੇ ਖਾਨਦਾਨ ਦੇ ਵਿੱਚੋਂ ਨੇ ਤੇ ਲੈਫਟੀਨੈਂਟ ਦੇ ਅਹੁਦੇ ਤੇ ਨੇ। ਯਾਦ ਰੱਖਣਾ, ਮੌਕੇ ਦੀ ਜ਼ੁਲਮੀ ਸਰਕਾਰ ਨੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਦਿਨ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਦਰਬਾਰ ਹੈ, ਫੌਜ ਨੂੰ ਇਹ ਆਖ ਦਿੱਤਾ, ਜਿੱਥੇ ਅਕਾਲ ਤਖਤ ਦੇ ਨਾਲ ਹਰਮੰਦਰ ਸਾਹਿਬ ਢਵੇਗਾ, ਉੱਥੇ ਤੂਸਾਂ ਨੇ ਇਹ ਨਹੀਂ ਸੋਚਣਾ ਅਸੀਂ ਇੱਥੇ ਗੋਲਾ ਨਹੀਂ ਦਾਗਣਾ। ਹਰਮੰਦਰ ਸਾਹਿਬ ਵੀ ਜੇਕਰ ਟੈਂਦਾ ਤੇ ਟਹਿ ਜਾਵੇ ਫਿਰ ਖਾਲਸਾ ਕਦ ਲਿਹਾਜ਼ ਕਰਦਾ। ਫਿਰ ਇੰਦਰਾ ਨੂੰ ਖਾਲਸੇ ਨੇ ਭਾਈ ਸਤਵੰਤ ਸਿੰਘ ਜੀ, ਭਾਈ ਕੀਰ ਸਿੰਘ ਜੀ, ਭਾਈ ਬੇਅੰਤ ਸਿੰਘ ਉਹਨਾਂ ਨੇ ਗੱਡੀ ਚਾੜਿਆ। ਗੁਰੂ ਸਾਰਿਓ, ਸਿੱਖ ਹਮੇਸ਼ਾ ਆਪਣੇ ਗੁਰਧਾਮ ਨੂੰ ਸਮਰਪਿਤ ਹੈ। ਭਾਈ ਸਵੇਗ ਸਿੰਘ ਜੀ ਨੇ ਇਹੋ ਜਿਹੀ ਮੋਰਚਾਬੰਦੀ ਕੀਤੀ, ਜੇਕਰ ਹੈਲੀਕਾਪਟਰ ਤੋਂ ਜਿਨ੍ਹਾਂ ਨੂੰ 6-6 ਲੱਖ ਦਿੱਤਾ ਉਸ ਵੇਲੇ ਉਹ ਉਤਾਰੇ ਤੇ ਉਹ ਜ਼ਮੀਨ ਤੇ ਪੈਰ ਨਹੀਂ ਰੱਖ ਸਕੇ। ਖਾਲਸੇ ਦੀ ਇਹੋ ਜਿਹੀ ਮੋਰਚਾਬੰਦੀ ਸੀ। ਤੇ ਦੂਸਰਾ ਕੇਸ ਬਰਾੜ ਦੀ ਕਰਤੂਤ, ਗੁਰੂ ਸਵਾਰਿਓ ਦੇਹਰਾਦੂਨ ਦੀ ਧਰਤੀ ਤੇ ਆਪਣੀ ਕਿਤਾਬ ਦਾ ਹਵਾਲਾ ਦਿੰਦਾ ਹੈ। ਆਪਣੀ ਕਿਤਾਬ ਦੇ ਵਿੱਚ ਕੀ ਕਹਿੰਦਾ ਹੈ ਕਿ ਸਰਦਾਰ ਸਵੇਗ ਸਿੰਘ ਜੀ ਮੇਰੇ ਉਸਤਾਦ ਨੇ। ਸਰਦਾਰ ਸਵੇਗ ਸਿੰਘ ਜੀ ਦਾ ਮੈਂ ਬੜਾ ਸਤਿਕਾਰ ਕਰਦਾ ਸਾਂ, ਲੇਕਿਨ ਹੁਣ ਸਾਡੇ ਰਸਤੇ ਵੱਖਰੇ ਵੱਖਰੇ ਹੋ ਗਏ। ਜੇਕਰ ਕਿਸੇ ਨੇਕੀ ਨੂੰ ਅਸੀਂ ਭੁੱਲਦੇ ਹਾਂ ਤੇ ਯਾਦ ਰੱਖਣਾ ਫਿਰ ਸਾਡੀ ਹਾਰ ਯਕੀਨੀ ਹੈ। ਅੱਜ ਲਾਹਣਤਾਂ ਪੈ ਰਹੀਆਂ ਨੇ ਉਹਨਾਂ 3 ਲੈਫਟੀਨੈਂਟ ਨੂੰ ਜਿਨ੍ਹਾਂ ਨੇ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ।
ਜਦੋਂ ਅੰਕੜੇ ਪੜਦੇ ਉਹ ਅੰਕੜੇ ਸਹੀ ਨਹੀਂ। 1402 ਬੋਤਲਾਂ ਜਿਹੜੀਆਂ ਨੇ ਉਹ ਬੱਚਿਆਂ ਦੀਆਂ ਮਿਲੀਆਂ ਨੇ, ਜਿਹੜੇ ਦੁੱਧ ਚੁੰਗਦੇ ਬੱਚੇ ਨੇ ਇੱਕ ਦਿਨ ਦੇ ਵਿੱਚ। ਤੇ ਗੁਰੂ ਸਵਾਰਿਓ, ਕਿੰਨੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ, ਸ਼ਹੀਦੀ ਦਾ ਜਾਮ ਪੀ ਗਈਆਂ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ, ਉਹਨਾਂ ਮਰ ਜੀਵੜਿਆਂ ਨੂੰ ਪ੍ਰਣਾਮ ਹੈ। ਆਓ ਆਪਾਂ ਵੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰਕੇ। ਦਿੱਲੀ ਦੀ ਸਰਕਾਰ ਨੇ ਕਦੇ ਸਾਡੇ ਨਾਲ ਨਿਆਂ ਨਹੀਂ ਕੀਤਾ। ਇਹ ਜੋ ਅਸੀਂ ਸ਼ਹੀਦੀ ਦਿਨ ਮਨਾਉਂਦੇ ਹਾਂ, ਇਹ ਜੋ ਘੱਲੂਘਾਰੇ ਮਨਾਉਂਦੇ ਹਾਂ, ਇਹਨਾਂ ਮਨਾਉਣ ਦਾ ਮਕਸਦ ਇਹੀ ਹੈ ਸਾਡੀਆਂ ਗੁਰਦੁਆਰਾ ਸਾਹਿਬ ਜੀ ਦੀਆਂ ਪ੍ਰਬੰਧਕ ਕਮੇਟੀਆਂ ਦਾ, ਕਿ ਸਿੱਖੀ ਸਿਧਾਂਤ ਦੇ ਪਹਿਰੇਦਾਰ ਬਣੀਏ। ਸਿੱਖੀ ਸਿਧਾਂਤ ਦਾ ਜੇਕਰ ਅਸੀਂ ਪਹਿਰਾ ਦੇਵਾਂਗੇ, ਸਿੱਖੀ ਸਿਧਾਂਤ ਦੇ ਪਹਿਰੇਦਾਰ ਬਣਾਂਗੇ, ਤੇ ਫਿਰ ਅਸੀਂ ਹਲਤ ਵੀ ਸਵਾਰ ਲਵਾਂਗੇ, ਪਲਤ ਵੀ ਸਵਾਰ ਲਵਾਂਗੇ। ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ 9 ਲੱਖ ਦਾ ਮੁਕਾਬਲਾ ਖਾਲਸੇ ਨੇ ਕੀਤਾ। 3 ਲੈਫਟੀਨੈਂਟ ਆਏ ਨੇ, ਤੇ ਇੱਕ ਲੈਫਟੀਨੈਂਟ ਦੇ ਥੱਲੇ ਕਿੰਨੀ ਫੌਜ ਆਉਂਦੀ ਹੈ? 3 ਲੱਖ ਫੌਜ ਆਉਂਦੀ ਹੈ। ਦਿਆਲ, ਸੁੰਦਰ ਤੇ ਇਹ ਬਰਾੜ, ਇਹ 3 ਲੈਫਟੀਨੈਂਟ ਆਏ ਨੇ। ਪਰ ਮੁੱਠੀ ਪਰ ਸਿੰਘਾਂ ਨੇ ਜਦੋਂ ਇਹਨਾਂ ਦਾ ਟਾਕਰਾ ਕੀਤਾ, ਇਹਨਾਂ ਨੂੰ ਭਾਜੜ ਪੈ ਗਈ। ਯਾਦ ਰੱਖਣਾ, ਇਹਨਾਂ ਪਾਪੀਆਂ ਨੇ ਜਦੋਂ ਸਾਡੇ ਗੁਰਧਾਮ ਦੇ ਵੱਲ ਆਪਣਾ ਰੁਖ ਕੀਤਾ ਸੀ, ਤੇ ਕੀ ਹਦਾਇਤ ਦਿੱਤੀ ਸੀ ਆਪਣੀ 9 ਲੱਖ ਫੌਜ ਨੂੰ? ਤੁਸੀਂ ਜੁੱਤੀਆਂ ਪਾ ਕੇ ਅੰਦਰ ਜਾ ਸਕਦੇ ਹੋ, ਤੁਸੀਂ ਦਰਬਾਰ ਸਾਹਿਬ ਦੇ ਵਿੱਚ ਜੁੱਤੀਆਂ ਪਾ ਕੇ ਵੜ ਸਕਦੇ ਹੋ। ਜੇਕਰ ਤੁਸੀਂ ਕਿਸੇ ਗੁਰਧਾਮ ਤੇ ਹਮਲਾ ਕਰੋਗੇ ਤੇ ਤੁਹਾਡੇ ਤੇ ਕੋਈ ਵੀ ਐਕਸ਼ਨ ਨਹੀਂ ਲਿਆ ਜਾਵੇਗਾ। ਜਾਣਤ ਹੈ ਉਸ ਪ੍ਰਧਾਨ ਮੰਤਰੀ ਨੂੰ ਜਿਸ ਨੇ ਆਪਣੀ ਫੌਜ ਨੂੰ ਇਹ ਸਿਖਾ ਕੇ ਭੇਜਿਆ, ਸਿੱਖ ਹਮੇਸ਼ਾ ਇੱਜ਼ਤ ਦਾ ਰਖਵਾਲਾ ਹੈ, ਸਿੱਖ ਹਮੇਸ਼ਾ ਦੂਜੇ ਦੀ ਰਾਖੀ ਕਰਦਾ ਹੈ, ਸਿੱਖ ਹਮੇਸ਼ਾ ਸੇਵਾ ਦੇ ਵਿੱਚ ਅਗਾਂਹ ਹੁੰਦਾ ਹੈ। ਪਰ ਉੱਥੇ ਆਖਿਆ ਗਿਆ ਕਿ ਕਿਸੇ ਨੂੰ ਕੁਝ ਨਹੀਂ ਆਖਿਆ ਜਾਵੇਗਾ। ਜੇਕਰ ਕੋਈ ਬੁਰੀ ਹਰਕਤ ਵੀ ਕਰੇਗਾ, ਫਿਰ ਸਿੱਖ ਕਿਵੇਂ ਜਰ ਸਕਦਾ ਹੈ? ਸਿੱਖ ਜ਼ੁਲਮ ਦਾ ਟੱਕਰਾ ਕਰਦਾ ਹੈ, ਜ਼ੁਲਮ ਦਾ ਟੱਕਰਾ ਕਰਦਾ ਰਹੇਗਾ। ਸਿੱਖ ਹਮੇਸ਼ਾ ਵੈਰੀ ਦੇ ਨਾਲ ਜੂਝਦਾ ਆਇਆ ਹੈ, ਤੇ ਸਿੱਖ ਹਮੇਸ਼ਾ ਵੈਰੀ ਦੇ ਨਾਲ ਜੂਝਦਾ ਰਹੇਗਾ। ਅਗਾਨਾ ਜਾਮਾ ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ। ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟਾਨ ਸ਼ੁਕਰ, ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਦਾ ਧੰਨਵਾਦ ਹੈ। ਤੇ ਮੇਰੇ ਸਾਹਮਣੇ ਖੜੇ ਨੇ ਮੀਕਾ ਸਟੂਡੀਓ ਸਤਿਕਾਰਯੋਗ ਭਾਈ ਸਾਹਿਬ। ਹਰ ਬੁਲਾਰੇ ਨੂੰ ਇੱਕ ਕੈਮਰੇ ਦੇ ਵਿੱਚ ਬੰਦ ਕਰਦੇ ਨੇ, ਤੇ ਬੰਦ ਕਰਕੇ ਫਿਰ ਸੰਗਤਾਂ ਦੀ ਸੇਵਾ ਦੇ ਵਿੱਚ ਸਮੇਂ-ਸਮੇਂ ਤੇ ਚੜ੍ਹਦੀ ਕਲਾ ਟਾਈਮ ਟੀਵੀ ਤੇ ਹਰ ਬੁਲਾਰੇ ਨੂੰ ਪੇਸ਼ ਕਰਦੇ ਨੇ। ਬੜੀ ਮਿਹਨਤ ਹੈ। ਤੇ ਜਦੋਂ ਕਦੇ ਇਹਨਾਂ ਨੂੰ ਸੇਵਾ ਦਾ ਮੌਕਾ ਮਿਲੇ ਤੇ ਉਸ ਸੇਵਾ ਦਾ ਮੌਕਾ ਵੇਖਣ ਜਾਂਦੇ ਨਹੀਂ। ਸੰਗਤਾਂ ਦੀ ਲੰਗਰ ਦੀ ਸੇਵਾ, ਸੰਗਤਾਂ ਦੇ ਗੁਰਬਾਣੀ ਦੀ ਸੇਵਾ, ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਦੀ ਸੇਵਾ ਥਾਈ ਪਾਉਣ। ਬਹੁਤ ਬਹੁਤ ਧੰਨਵਾਦ। ਗੁਰੂ ਕੀ ਸੰਗਤ ਦਾ ਇੱਥੇ ਹੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।